ਹੈਲੋ ਡੀਅਰ ਸਟੂਡੈਂਟ, ਪਹਿਲਾਂ ਅਸੀਂ ਗੁਰਦਿਆਲ ਸਿੰਘ ਜੀ ਦੀ ਰਚਨਾ ਨਾਵਲ ਮੜੀ ਦਾ ਦੀਵਾ ਦੇ ਕਾਂਡ ਨੰਬਰ 1 ਤੋਂ 8 ਤੱਕ ਰੀਡਿੰਗ ਕੰਪਲੀਟ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਕਾਂਡ ਨੰਬਰ 9 ਦੇ ਪੇਜ ਨੰਬਰ 73 ਦੀ ਰੀਡਿੰਗ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਦੇ ਸਾਰ ਸੰਬੰਧੀ ਸੰਖੇਪ ਵਿੱਚ ਜਾਣਕਾਰੀ ਦੇਵਾਂਗੀ। ਓਕੇ ਸਟੂਡੈਂਟਸ, ਕਾਂਡ 9 ਸਾਡੀ ISC ਬੋਰਡ ਵੱਲੋਂ ਪ੍ਰਵਾਨਿਤ ਪੁਸਤਕ ਨਾਵਲ ਮੜੀ ਦਾ ਦੀਵਾ ਵਿੱਚੋਂ ਲਿਆ ਗਿਆ ਹੈ, ਜੋ ਕਿ ਗੁਰਦਿਆਲ ਸਿੰਘ ਜੀ ਦੀ ਸ਼ਾਹਕਾਰ ਰਚਨਾ ਹੈ। ਇਸ ਕਾਂਡ ਦੇ ਆਰੰਭ ਵਿੱਚ ਅਸੀਂ ਪੜ੍ਹਦੇ ਹਾਂ ਕਿ ਧਰਮ ਸਿੰਘ ਜਦੋਂ ਜਗਸੀਰ ਦੇ ਘਰ ਤੋਂ ਮੁੜਿਆ ਤਾਂ ਉਹ ਘਰ ਜਾਣ ਦੀ ਥਾਂ ਖੇਤ ਨੂੰ ਚਲਾ ਗਿਆ। ਉਸਨੇ ਖੇਤ ਜਾ ਕੇ ਟਾਹਲੀ ਛਾਂਗ ਦੇ ਮਜ਼ਦੂਰਾਂ ਨੂੰ ਸਾਰੀ ਗੱਲ ਪੁੱਛੀ। ਉਸ ਸਮੇਂ ਮਜ਼ਦੂਰਾਂ ਨੇ ਉਸ ਨੂੰ ਦੱਸਿਆ ਕਿ ਭੰਤਾ ਮੰਡੀ ਵਾਲੇ ਸ਼ਾਹਾਂ ਨਾਲ ਟਾਹਲੀ ਦਾ ਸੌਦਾ ਕਰ ਆਇਆ ਸੀ। ਇਹ ਸੁਣਦਿਆਂ ਹੀ ਧਰਮ ਸਿੰਘ ਬਿਨਾਂ ਕੁਝ ਬੋਲੇ ਉੱਥੋਂ ਘਰ ਵਾਪਸ ਆ ਗਿਆ ਅਤੇ ਘਰ ਪਹੁੰਚ ਕੇ ਗਰਨਿਆਂ ਦੀ ਇੱਕ ਥੱਬੀ ਚੁੱਕ ਕੇ ਬਾਹਰਲੇ ਘਰ ਵਾੜੇ ਵਿੱਚ ਜਾ ਬੈਠਾ। ਥੋੜ੍ਹੀ ਦੇਰ ਬਾਅਦ ਉਸ ਦੀ ਨਿੱਕੀ ਕੁੜੀ ਪਿੱਲੀ ਉਸ ਲਈ ਰੋਟੀ ਲੈ ਕੇ ਆਈ ਤੇ ਜਦ ਧਰਮ ਸਿੰਘ ਉਸ ਨੂੰ ਉਸ ਦੀ ਬੇਬੇ ਦੇ ਰੋਟੀ ਨਾ ਲਿਆਉਣ ਦਾ ਕਾਰਨ ਪੁੱਛਦਾ ਹੈ ਤਾਂ ਉਹ ਦੱਸਦੀ ਹੈ ਕਿ ਉਹ ਤਾਂ ਕੱਟੀ ਦੇ ਪੁੜੇ ਹੀ ਭੰਨੀ ਜਾਂਦੀ ਸੀ। ਪਿੱਲੀ ਦੀ ਇਸ ਭੋਲੀ ਜਿਹੀ ਗੱਲ ਨੇ ਧਰਮ ਸਿੰਘ ਨੂੰ ਉਦਾਸ ਵਿਚਾਰਾਂ ਵਿੱਚੋਂ ਇਸ ਤਰ੍ਹਾਂ ਬਾਹਰ ਕੱਢ ਲਿਆਂਦਾ ਜਿਵੇਂ ਖੂਹ ਵਿੱਚ ਡੁੱਬਦੇ ਦੇ ਹੱਥ ਕਿਸੇ ਲਾਸ਼ ਫੜਾ ਦਿੱਤੀ ਹੋਵੇ। ਇਸ ਲਈ ਉਹ ਖੁੱਲ੍ਹ ਕੇ ਠਹਾਕਾ ਮਾਰਦਾ ਹੈ। ਇਸ ਉਪਰੰਤ ਪਿੱਲੀ ਉਸ ਨੂੰ ਆਸੇ-ਪਾਸੇ ਸ਼ੱਕ ਭਰੀਆਂ ਨਜ਼ਰਾਂ ਨਾਲ ਤੱਕਦਿਆਂ ਦੱਸਦੀ ਹੈ ਕਿ ਬੇਬੇ ਤੇ ਭੰਤਾ ਪਰਸੋਂ ਹੌਲੀ-ਹੌਲੀ ਗੱਲਾਂ ਕਰਦੇ ਸਨ ਅਤੇ ਬੇਬੇ ਭੰਤੇ ਨੂੰ ਆਖਦੀ ਸੀ ਕਿ ਉਹ ਆਪਣੇ ਪਿਓ ਤੋਂ ਜ਼ਮੀਨ ਵੰਡਾ ਕੇ ਅੱਡ ਹੋ ਜਾਵੇ, ਨਹੀਂ ਤਾਂ ਉਸਨੇ ਸਾਰੀ ਲੋਕਾਂ ਨੂੰ ਖੁਆ ਦੇਣੀ ਹੈ। ਤਾਂ ਭੰਤੇ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਸਾਰੇ ਇੱਕ ਪਾਸੇ ਹੋ ਜਾਵਾਂਗੇ ਤੇ ਬਾਪੂ ਨੂੰ ਵਾੜੇ ਵਿੱਚ ਕੋਠਾ ਛੱਤ ਦਿਆਂਗੇ। ਇਹ ਸੁਣ ਕੇ ਧਰਮ ਸਿੰਘ ਦਾ ਗੱਚ ਭਰ ਆਇਆ, ਪਰ ਉਸ ਸਮੇਂ ਪਿੱਲੀ ਉਸ ਨੂੰ ਉਸ ਦੇ ਨਾਲ ਰਹਿਣ ਦਾ ਦਿਲਾਸਾ ਦਿੰਦੀ ਹੈ ਅਤੇ ਆਪ ਬੇਬੇ ਤੇ ਭਾਬੀ ਦੀਆਂ ਬਦਖੋਈਆਂ ਕਰਦੀ ਹੋਈ ਉੱਥੋਂ ਥਾਂ ਸੰਭਰਨ ਲੱਗ ਪੈਂਦੀ ਹੈ। ਉਸ ਸਮੇਂ ਧਰਮ ਸਿੰਘ ਕੋਲੋਂ ਰੋਟੀ ਨਹੀਂ ਖਾਧੀ ਜਾਂਦੀ ਤੇ ਉਹ ਫਿਰ ਗਰਨੇ ਕੱਢਦਾ ਡੂੰਘੀਆਂ ਸੋਚਾਂ ਵਿੱਚ ਡੁੱਬ ਜਾਂਦਾ ਹੈ ਅਤੇ ਪਿੱਲੀ ਜਦ ਥਾਂ ਸੰਭਰ ਕੇ ਧਰਮ ਸਿੰਘ ਕੋਲ ਆਉਂਦੀ ਹੈ ਤਾਂ ਉਹ ਧਰਮ ਸਿੰਘ ਦੁਆਰਾ ਰੋਟੀ ਨਾ ਖਾਧੀ ਵੇਖ ਕੇ ਫਿਰ ਭਾਂਡੇ ਲੈ ਜਾਣ ਬਾਰੇ ਆਖਦੀ ਹੈ ਤੇ ਆਪ ਘਰ ਚਲੀ ਜਾਂਦੀ ਹੈ। ਉਸ ਦੇ ਜਾਣ ਮਗਰੋਂ ਧਰਮ ਸਿੰਘ ਦੇ ਮਨ ਵਿੱਚ ਵਿਚਾਰਾਂ ਦਾ ਸੰਘਰਸ਼ ਛਿੜ ਪੈਂਦਾ ਹੈ, ਜਿਨ੍ਹਾਂ ਵਿੱਚੋਂ ਚਾਨਣ ਦੀ ਕੋਈ ਲੀਕ ਨਜ਼ਰ ਨਹੀਂ ਆਉਂਦੀ ਦਿਸਦੀ ਸੀ ਤੇ ਹਨੇਰ ਘੁੱਪ ਵਿੱਚ ਉਸ ਨੂੰ ਆਪਣੀ ਸਾਰੀ ਉਮਰ ਦੀ ਹੱਡ ਤੋੜਵੀਂ ਮਿਹਨਤ ਤੇ ਖੱਟੀ ਸੋਭਾ ਗੁਆਚਦੀ ਜਾਪ ਰਹੀ ਸੀ। ਇਸ ਤਰ੍ਹਾਂ ਜਦ ਉਹ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਤਕੜੇ ਸੋਤੇ ਘਰ ਮੁੜਿਆ ਤਾਂ ਸਾਰੇ ਜੀ ਪਕਾ ਖਾ ਕੇ ਲੰਮੇ ਪੈ ਗਏ ਸਨ ਅਤੇ ਉਸ ਦੇ ਦਰਵਾਜ਼ਾ ਖੜਕਾਉਣ ਤੇ ਧੰਨੋ ਨੇ ਹੋਕਰਾ ਮਾਰਦੇ ਹੋਏ ਆਖਿਆ ਕਿ ਉਹ ਕੁੰਡਾ ਅੰਦਰ ਦੀ ਹੱਥ ਪਾ ਕੇ ਖੋਲ੍ਹ ਲਵੇ ਤੇ ਜੇ ਰੋਟੀ ਖਾਣੀ ਹੈ ਤਾਂ ਉਹ ਵੀ ਹਾਰੀ ਵਿੱਚ ਰੱਖੀ ਹੈ। ਉਸ ਸਮੇਂ ਧਰਮ ਸਿੰਘ ਸੋਚਦਾ ਹੈ ਕਿ ਇੰਨੀ ਛੇਤੀ ਪਾਸੇ ਪਰਤ ਜਾਣਗੇ। ਉਸ ਨੂੰ ਇਹ ਖਿਆਲ ਕਦੇ ਨਹੀਂ ਆਇਆ ਸੀ ਅਤੇ ਉਹ ਬਿਨਾਂ ਜਵਾਬ ਦਿੱਤੇ ਮੰਜੇ ਤੇ ਲੰਮੇ ਪੈ ਗਿਆ। ਉਸ ਨੂੰ ਇੱਕ ਬਿੰਦ ਹੋਰ ਖਿਆਲ ਆਇਆ ਕਿ ਜੇ ਉਹ ਭੰਤੇ ਦੇ ਹਿੱਸੇ ਦੀ ਜ਼ਮੀਨ ਦੇ ਕੇ ਉਸ ਨੂੰ ਅੱਡ ਕਰੇਗਾ ਤਾਂ ਲੋਕ ਆਖਣਗੇ ਕਿ ਪਹਿਲਾਂ ਪੁੱਤ ਨੂੰ ਮੋਹਰੀ ਬਣਾ ਦਿੱਤਾ, ਹੁਣ ਛਿੱਤਰੀ ਦਾਲ ਵੰਡੀ ਦੀ ਹੈ। ਇਹ ਸੋਚਦਿਆਂ ਅੱਧੀ ਰਾਤ ਤੋਂ ਮਗਰੋਂ ਵੀ ਧੰਨੋ ਦੇ ਖਰਵੇ ਬੋਲ ਰੋੜਿਆਂ ਵਾਂਗ ਉਸ ਦੀਆਂ ਵੱਖੀਆਂ ਵਿੱਚ ਚੁੱਭਦੇ ਰਹੇ ਅਤੇ ਉਧਰ ਕੁੱਕੜ ਦੀ ਬਾਂਗ ਨਾਲ ਜਦੋਂ ਜਗਸੀਰ ਨੇ ਅੱਖਾਂ ਮੀਟੀਆਂ ਤਾਂ ਧਰਮ ਸਿੰਘ ਦੀਆਂ ਅੱਖਾਂ ਦੀ ਰੜਕ ਵੀ ਕੂਲੀ ਨੀਂਦ ਨੇ ਘਟਾ ਦਿੱਤੀ। ਓਕੇ ਬੇਟਾ, ਇਸ ਤੋਂ ਬਾਅਦ ਅਸੀਂ ਪੇਜ ਨੰਬਰ 73 ਜੋ ਹੈ ਸਭ ਤੋਂ ਪਹਿਲਾਂ ਇਸ ਦੇ ਵਰਡ ਮੀਨਿੰਗ ਡਿਸਕਸ ਕਰਾਂਗੇ। ਫਸਟ ਵਰਡ ਹੈ ਮਜ਼ੂਰਾਂ, ਮਜ਼ਦੂਰਾਂ। ਨੈਕਸਟ ਵਰਡ ਹੈ ਕੰਬ ਗਿਆ, ਡਰ ਗਿਆ। ਲਾਸ, ਲਾਸ ਫੜਾ ਦਿੱਤੀ, ਲਾਸ ਜਿਵੇਂ ਮੋਟਾ ਤੇ ਲੰਮਾ ਰੱਸਾ, ਠੀਕ ਹੈ। ਠਹਾਕਾ ਮਾਰਿਆ, ਉੱਚੀ ਹੱਸਿਆ।
ਨੈਕਸਟ ਵਰਡ ਇੱਥੇ ਹੈ ਸਿਆਣੀ ਬਲਾ ਹੈ। ਬਲਾ ਮਤਲਬ ਬੜਾ, ਠੀਕ ਹੈ। ਜਵਾਬ ਨਾ ਔੜਿਆ, ਉੱਤਰ ਨਾ ਸੁੱਝਿਆ। ਗਹੁ ਨਾਲ ਤੱਕਿਆ, ਧਿਆਨ ਨਾਲ ਵੇਖਿਆ। ਨੈਕਸਟ ਵਰਡ ਹੈ ਉਦਾਸੀ ਛਾ ਗਈ, ਨਿਰਾਸ਼ ਹੋ ਜਾਣਾ। ਭੇਤ ਭਰੀ, ਭੇਤ ਭਰੀ ਗੱਲ, ਗੁੱਝੀ ਗੱਲ, ਠੀਕ ਹੈ। ਇਸ ਤੋਂ ਬਾਅਦ ਹੁਣ ਅਸੀਂ ਪੇਜ ਨੰਬਰ 73 ਦੀ ਰੀਡਿੰਗ ਸ਼ੁਰੂ ਕਰਾਂਗੇ। ਧਰਮ ਸਿੰਘ ਜਦੋਂ ਜਗਸੀਰ ਦੇ ਘਰੋਂ ਮੁੜਿਆ ਤਾਂ ਘਰ ਜਾਣ ਦੀ ਥਾਂ ਖੇਤ ਨੂੰ ਚਲਾ ਗਿਆ। ਖੇਤ ਜਾ ਕੇ ਟਾਹਲੀ ਛਾਂਗ ਦੇ ਮਜ਼ਦੂਰਾਂ ਨੂੰ ਉਹਨੇ ਸਾਰੀ ਗੱਲ ਪੁੱਛੀ। ਉਹਨਾਂ ਨੇ ਦੱਸਿਆ ਕਿ ਭੰਤਾ ਮੰਡੀ ਵਾਲੇ ਸ਼ਾਹਾਂ ਨਾਲ ਇਹਦਾ ਸੌਦਾ ਕਰ ਆਇਆ ਸੀ। ਧਰਮ ਸਿੰਘ ਚੁੱਪ ਕਰਕੇ ਮੁੜ ਆਇਆ। ਸਾਰੇ ਰਾਹ ਉਹ ਗੰਭੀਰ ਸੋਚਾਂ ਵਿੱਚ ਡੁੱਬਿਆ ਤੁਰਿਆ ਆਇਆ ਤੇ ਘਰ ਆ ਗਰਨਿਆਂ ਦੀ ਇੱਕ ਥੱਬੀ ਚੁੱਕ ਕੇ ਬਾਹਰਲੇ ਘਰ ਵਾੜੇ ਵਿੱਚ ਜਾ ਬੈਠਾ। ਧੰਨੋ ਨੇ ਨਿੱਕੀ ਕੁੜੀ ਦੇ ਹੱਥ ਉਹਦੀ ਰੋਟੀ ਭੇਜੀ ਤਾਂ ਧਰਮ ਸਿੰਘ ਕਿਸੇ ਆਉਣ ਵਾਲੀ ਵੱਡੀ ਸਮੱਸਿਆ ਦਾ ਖਿਆਲ ਕਰਕੇ ਕੰਬ ਗਿਆ, ਪਰ ਨਾਲ ਦੀ ਨਾਲ ਉਹਨੇ ਆਪਣੇ ਆਪ ਨੂੰ ਸਾਂਭ ਲਿਆ ਤੇ ਹੱਸ ਕੇ ਨਿੱਕੀ ਕੁੜੀ ਭਿੱਲੀ ਨੂੰ ਪੁੱਛਿਆ, ਤੇਰੀ ਬੇਬੇ ਕੀ ਕਰਦੀ ਸੀ ਪੁੱਤ? ਦੇਖੋ ਬੇਟਾ, ਪਹਿਲਾਂ ਅਸੀਂ ਪੜ੍ਹ ਚੁੱਕੇ ਹਾਂ ਕਿ ਧਰਮ ਸਿੰਘ ਨੂੰ ਜਦੋਂ ਟਾਹਲੀ ਵੱਢੇ ਜਾਣ ਵਾਲੀ ਗੱਲ ਦਾ ਪਤਾ ਲੱਗਦਾ ਹੈ ਤਾਂ ਉਸ ਦੇ ਉੱਪਰ ਗਹਿਰਾ ਅਸਰ ਹੁੰਦਾ ਹੈ। ਇਸ ਲਈ ਜਦੋਂ ਉਹ ਜਗਸੀਰ ਦੇ ਘਰੋਂ ਨਿਕਲਦਾ ਹੈ ਤਾਂ ਉਸ ਸਮੇਂ ਉਹ ਆਪਣੇ ਘਰ ਨਹੀਂ ਜਾਂਦਾ, ਬਲਕਿ ਸਿੱਧਾ ਆਪਣੇ ਖੇਤ ਜਾਂਦਾ ਹੈ। ਤੇ ਖੇਤ ਪਹੁੰਚ ਕੇ ਉਸ ਨੂੰ ਜੋ ਮਜ਼ਦੂਰ ਟਾਹਲੀ ਛਾਂਗ ਰਹੇ ਸਨ ਉਹਨਾਂ ਕੋਲੋਂ ਪਤਾ ਲੱਗਦਾ ਹੈ ਕਿ ਧਰਮ ਸਿੰਘ ਦਾ ਵੱਡਾ ਮੁੰਡਾ ਭੰਤਾ ਮੰਡੀ ਵਾਲੇ ਸ਼ਾਹਾਂ ਦੇ ਨਾਲ ਟਾਹਲੀ ਦਾ ਸੌਦਾ ਕਰ ਆਇਆ ਸੀ। ਇਸ ਲਈ ਉਸ ਸਮੇਂ ਧਰਮ ਸਿੰਘ ਗੰਭੀਰ ਸੋਚਾਂ ਵਿੱਚ ਡੁੱਬਿਆ ਹੋਇਆ ਚੁੱਪਚਾਪ ਵਾਪਸ ਆਪਣੇ ਘਰ ਆ ਜਾਂਦਾ ਹੈ ਤੇ ਘਰ ਆ ਕੇ ਗਰਨਿਆਂ ਦੀ ਇੱਕ ਥੱਬੀ ਚੁੱਕ ਕੇ ਬਾਹਰਲੇ ਘਰ ਵਾੜੇ ਦੇ ਵਿੱਚ ਬੈਠ ਜਾਂਦਾ ਹੈ। ਗਰਨੇ ਬੇਟਾ ਉਹ ਕਾਨੇ ਹੁੰਦੇ ਹਨ ਜਿਨ੍ਹਾਂ ਦੇ ਉੱਪਰਲੇ ਛਿਲਕੇ ਉਤਾਰੇ ਜਾਂਦੇ ਹਨ ਤੇ ਜਿਸ ਤੋਂ ਬਾਅਦ ਵਿੱਚ ਵਾਣ ਬਣਾਇਆ ਜਾਂਦਾ ਹੈ, ਠੀਕ ਹੈ। ਤੇ ਜਦੋਂ ਇਸ ਤਰ੍ਹਾਂ ਧਰਮ ਸਿੰਘ ਗਰਨਿਆਂ ਦੀ ਥੱਬੀ ਚੁੱਕ ਕੇ ਬਾਹਰਲੇ ਘਰ ਵਾੜੇ ਵਿੱਚ ਬੈਠ ਜਾਂਦਾ ਹੈ ਤੇ ਉਸ ਸਮੇਂ ਉਸ ਦੀ ਛੋਟੀ ਕੁੜੀ ਭਿੱਲੀ ਉਸ ਲਈ ਰੋਟੀ ਲੈ ਕੇ ਆਉਂਦੀ ਹੈ। ਪਰ ਜਦੋਂ ਧਰਮ ਸਿੰਘ ਇਹ ਵੇਖਦਾ ਹੈ ਕਿ ਅੱਜ ਰੋਟੀ ਉਸ ਦੀ ਪਤਨੀ ਧੰਨੋ ਨਹੀਂ ਲੈ ਕੇ ਆਈ, ਬਲਕਿ ਉਸਨੇ ਭਿੱਲੀ ਦੇ ਹੱਥ ਰੋਟੀ ਭੇਜੀ ਹੈ, ਤਾਂ ਉਸ ਸਮੇਂ ਉਸ ਦੇ ਮਨ ਵਿੱਚ ਕਿਸੇ ਵੱਡੀ ਸਮੱਸਿਆ ਦੇ ਆਉਣ ਸੰਬੰਧੀ ਖਿਆਲ ਆਉਂਦਾ ਹੈ ਤੇ ਉਸ ਦਾ ਦਿਲ ਇੱਕ ਵਾਰ ਡਰ ਜਾਂਦਾ ਹੈ, ਠੀਕ ਹੈ। ਨੈਕਸਟ ਦੇਖੋ, ਉਹ ਤਾਂ ਕੱਟੀ ਦੇ ਪੁੜੇ ਹੀ ਭੰਨੀ ਜਾਂਦੀ ਸੀ ਬਾਪੂ। ਸਾਰਾ ਦਿਨ ਬਾਪੂ ਉਹ ਭਲਾ ਵਿਚਾਰੇ ਪਸ਼ੂਆਂ ਨੂੰ ਕਿਉਂ ਕੁੱਟਦੀ ਰਹਿੰਦੀ ਹੈ। ਧਰਮ ਸਿੰਘ ਨੂੰ ਭਿੱਲੀ ਦੀ ਇਸ ਭੋਲੀ ਜਿਹੀ ਗੱਲ ਨੇ ਉਦਾਸ ਵਿਚਾਰਾਂ ਵਿੱਚੋਂ ਇੰਜ ਕੱਢ ਲਿਆਂਦਾ ਜਿਵੇਂ ਖੂਹ ਵਿੱਚ ਡੁੱਬਦੇ ਦੇ ਹੱਥ ਕਿਸੇ ਲਾਸ਼ ਫੜਾ ਦਿੱਤੀ ਹੋਵੇ। ਉਹਨੇ ਖੁੱਲ੍ਹ ਕੇ ਠਹਾਕਾ ਮਾਰਿਆ ਤੇ ਭਿੱਲੀ ਤੋਂ ਰੋਟੀਆਂ ਫੜ ਕੇ ਰੱਖਦਿਆਂ ਬੋਲਿਆ, ਜੇ ਪੁੱਤ ਉਹ ਪਸ਼ੂਆਂ ਨੂੰ ਨਾ ਕੁੱਟੇ ਤਾਂ ਫਿਰ ਪਸ਼ੂ ਸੂਤ ਕਿਵੇਂ ਆਉਣ। ਹੁਣ ਦੇਖੋ ਬੇਟਾ, ਜਦੋਂ ਧਰਮ ਸਿੰਘ ਭਿੱਲੀ ਨੂੰ ਇਹ ਗੱਲ ਪੁੱਛਦਾ ਹੈ ਕਿ ਉਸਦੀ ਬੇਬੇ ਧੰਨੋ ਰੋਟੀ ਕਿਉਂ ਨਹੀਂ ਲੈ ਕੇ ਆਈ ਸੀ, ਤਾਂ ਭਿੱਲੀ ਭੋਲੇ ਜਿਹੇ ਮਨ ਨਾਲ ਜਵਾਬ ਦਿੰਦੀ ਹੈ ਕਿ ਉਹ ਤੇ ਕੱਟੀ ਦੇ ਪੁੜੇ ਭੰਨੀ ਜਾਂਦੀ ਸੀ, ਠੀਕ ਹੈ। ਤੇ ਨਾਲ ਹੀ ਆਪਣੇ ਪਿਤਾ ਨੂੰ ਪ੍ਰਸ਼ਨ ਪੁੱਛਦੀ ਹੈ ਕਿ ਉਹ ਪਸ਼ੂਆਂ ਨੂੰ ਕਿਉਂ ਕੁੱਟਦੀ ਹੈ। ਅਤੇ ਭਿੱਲੀ ਦੁਆਰਾ ਅਜਿਹੀ ਭੋਲੀ ਜੀ ਗੱਲ ਸੁਣਦਿਆਂ ਹੀ ਧਰਮ ਸਿੰਘ ਉਦਾਸ ਵਿਚਾਰਾਂ ਵਿੱਚੋਂ ਇਸ ਤਰ੍ਹਾਂ ਬਾਹਰ ਆ ਜਾਂਦਾ ਹੈ ਜਿਵੇਂ ਕੋਈ ਇਨਸਾਨ ਖੂਹ ਵਿੱਚ ਡੁੱਬ ਰਿਹਾ ਹੋਵੇ ਅਤੇ ਉਸ ਨੂੰ ਲਾਸ਼ ਫੜਾ ਦਿੱਤੀ ਜਾਵੇ, ਬਾਹਰ ਨਿਕਲਣ ਲਈ ਲਾਸ਼ ਫੜਾ ਦਿੱਤੀ ਜਾਵੇ, ਭਾਵ ਕਿ ਮੋਟਾ ਤੇ ਲੰਬਾ ਰੱਸਾ ਫੜਾ ਦਿੱਤਾ ਜਾਵੇ, ਠੀਕ ਹੈ। ਤੇ ਇਸ ਲਈ ਧਰਮ ਸਿੰਘ ਜਦੋਂ ਉਦਾਸ ਵਿਚਾਰਾਂ ਵਿੱਚੋਂ ਬਾਹਰ ਆ ਜਾਂਦਾ ਹੈ ਤਾਂ ਬੜਾ ਉੱਚੀ ਹੱਸਦਾ ਹੈ, ਠੀਕ ਹੈ। ਤੇ ਨਾਲ ਹੀ ਆਪਣੀ ਧੀ ਨੂੰ ਇਹ ਆਖਦਾ ਹੈ ਕਿ ਜੇਕਰ ਉਸ ਦੀ ਬੇਬੇ ਪਸ਼ੂਆਂ ਨੂੰ ਨਾ ਕੁੱਟੇ ਤੇ ਫਿਰ ਪਸ਼ੂ ਕਿਵੇਂ ਸੂਤ ਆਉਣ, ਠੀਕ ਹੈ। ਲੈ ਕਿਉਂ ਭਿੱਲੀ ਨੇ ਆਪਣੇ ਬਾਪੂ ਦੇ ਕੋਲ ਪੈਰਾਂ ਭਾਰ ਬਹਿ ਕੇ ਗੋਡਿਆਂ ਨੂੰ ਬਾਹਾਂ ਦੀ ਬਲਾਂਗੜੀ ਪਾ ਲਈ। ਬਲਾਂਗੜੀ ਪਾ ਲਈ ਜਿਵੇਂ ਬੇਟਾ ਪੈਰਾਂ ਭਾਰ ਬੈਠ ਜਾਣਾ ਤੇ ਗੋਡਿਆਂ ਦੇ ਆਲੇ ਦੁਆਲੇ ਆਪਣੀਆਂ ਬਾਹਾਂ ਘੁਮਾ ਲੈਣੀਆਂ, ਠੀਕ ਹੈ। ਤੇ ਇੰਜ ਸਿਆਣਿਆਂ ਵਾਂਗ ਹੱਥ ਮਾਰ ਕੇ ਬੋਲੀ ਜਿਵੇਂ ਉਹਦੇ ਬਾਪੂ ਨੂੰ ਅਜਿਹੀਆਂ ਗੱਲਾਂ ਦਾ ਕੋਈ ਪਤਾ ਹੀ ਨਹੀਂ ਸੀ। ਪਸ਼ੂਆਂ ਨੂੰ ਕਿਤੇ ਅਕਲ ਨਹੀਂ ਹੁੰਦੀ? ਮੈਂ ਕੱਟੀ ਨੂੰ 20 ਵਾਰੀ ਛੱਪੜ ਤੇ ਛੱਡ ਕੇ ਆਈ ਐ, ਆਪੇ ਘਰੇ ਆ ਜਾਂਦੀ ਐ। ਉਹ ਤਾਂ ਬਾਪੂ ਸਿਆਣੀ ਹੀ ਬਲਾ ਹੈ, ਬੇਬੇ ਤਾਂ ਐਵੇਂ ਵਿਚਾਰੀ ਨੂੰ ਧੇ ਕੁੱਟ ਧਰਦੀ ਐ। ਕੋਈ ਗੱਲ ਹੋਈ ਉਹਦੇ 'ਚ ਕਿਤੇ ਜਾਨ ਨਹੀਂ ਬਾਪੂ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਭਿੱਲੀ
ਆਪਣੇ ਪਿਤਾ ਧਰਮ ਸਿੰਘ ਦੇ ਕੋਲ ਪੈਰਾਂ ਭਾਰ ਬੈਠ ਜਾਂਦੀ ਹੈ ਤੇ ਆਪਣੇ ਗੋਡਿਆਂ ਨੂੰ ਬਾਹਾਂ ਦੀ ਬੁਲੰਗੜੀ ਮਾਰ ਲੈਂਦੀ ਹੈ ਤੇ ਆਪਣੇ ਪਿਤਾ ਨਾਲ ਇਸ ਤਰ੍ਹਾਂ ਗੱਲ ਕਰਦੀ ਹੈ ਕਿ ਜਿਵੇਂ ਉਸ ਨੂੰ ਕਿਸੇ ਸਿਆਣੀ ਗੱਲ ਦਾ ਪਤਾ ਹੀ ਨਹੀਂ ਹੁੰਦਾ। ਅਤੇ ਨਾਲ ਹੀ ਇਹ ਵੀ ਆਖਦੀ ਹੈ ਕਿ ਪਸ਼ੂ ਜੋ ਹਨ ਉਹਨਾਂ ਨੂੰ ਵੀ ਬਹੁਤ ਅਕਲ ਹੁੰਦੀ ਹੈ, ਕਿਉਂਕਿ ਬੇਸ਼ੱਕ ਉਹ ਆਪਣੀ ਜੋ ਕੱਟੀ ਸੀ ਉਸ ਨੂੰ 20 ਵਾਰ ਛੱਪੜ ਦੇ ਉੱਪਰ ਛੱਡ ਕੇ ਆਈ ਸੀ, ਪਰ ਉਹ ਕੱਟੀ ਇੰਨੀ ਸਿਆਣੀ ਹੈ ਕਿ ਆਪਣੇ ਆਪ ਘਰ ਆ ਜਾਂਦੀ ਹੈ। ਅਤੇ ਉਹ ਆਖਦੀ ਹੈ ਕਿ ਉਸ ਦੀ ਬੇਬੇ ਧੰਨੋ ਤੇ ਐਵੇਂ ਹੀ ਪਸ਼ੂਆਂ ਨੂੰ ਕੁੱਟਦੀ ਰਹਿੰਦੀ ਹੈ ਕਿ ਪਸ਼ੂਆਂ 'ਚ ਕਿਤੇ ਜਾਨ ਨਹੀਂ ਹੁੰਦੀ। ਠੀਕ ਹੈ, ਨੈਕਸਟ ਦੇਖੋ। ਤੇ ਧਰਮ ਸਿੰਘ ਨੂੰ ਭਿੱਲੀ ਦੀ ਗੱਲ ਦਾ ਕੋਈ ਜਵਾਬ ਨਾ ਅਹੁੜਿਆ। ਉਹਦੇ ਏਡੇ ਸਾਊ ਤੇ ਸਿਆਣੇ ਮੂੰਹ ਵੱਲ ਜਦੋਂ ਗਹੁ ਨਾਲ ਤੱਕਿਆ ਤਾਂ ਉਹਦੇ ਚਿਹਰੇ ਉੱਤੇ ਮੁੜ ਪਹਿਲਾਂ ਵਾਲੀ ਉਦਾਸੀ ਛਾ ਗਈ। ਬਾਪੂ ਤੈਨੂੰ ਇੱਕ ਗੱਲ ਦੱਸਾਂ, ਚਾਰ ਚੁਫੇਰੇ ਕੁਝ ਸ਼ੱਕ ਭਰੀਆਂ ਨਜ਼ਰਾਂ ਨਾਲ ਤੱਕਦਿਆਂ ਭਿੱਲੀ ਨੇ ਹੌਲੀ ਦੇਣੇ ਆਖਿਆ, ਜਿਵੇਂ ਕੋਈ ਬੜੀ ਭੇਤ ਭਰੀ ਗੱਲ ਦੱਸਣ ਲੱਗੀ ਹੋਵੇ। ਹੁਣ ਜਦੋਂ ਬੇਟਾ ਧਰਮ ਸਿੰਘ ਦੇ ਨਾਲ ਭਿੱਲੀ ਪਸ਼ੂਆਂ ਦੇ ਸੰਬੰਧੀ ਗੱਲ ਕਰਦੀ ਹੈ, ਸਿਆਣੀਆਂ ਗੱਲਾਂ ਕਰਦੀ ਹੈ, ਤਾਂ ਉਸ ਸਮੇਂ ਧਰਮ ਸਿੰਘ ਨੂੰ ਕੋਈ ਜਵਾਬ ਨਹੀਂ ਔੜਦਾ, ਕੋਈ ਉੱਤਰ ਨਹੀਂ ਸੁੱਝਦਾ ਅਤੇ ਉਹ ਆਪਣੀ ਧੀ ਵੱਲ ਬੜੇ ਗਹੁ ਨਾਲ ਤੱਕਦਾ ਹੈ ਅਤੇ ਫਿਰ ਉਸਦੇ ਚਿਹਰੇ 'ਤੇ ਉਦਾਸੀ ਛਾ ਜਾਂਦੀ ਹੈ। ਤਾਂ ਉਸ ਸਮੇਂ ਭਿੱਲੀ ਪਹਿਲੇ ਆਸੇ-ਪਾਸੇ ਸ਼ੱਕ ਭਰੀਆਂ ਨਜ਼ਰਾਂ ਨਾਲ ਵੇਖਦੀ ਹੈ ਕਿ ਕਿਤੇ ਉਸ ਦੀਆਂ ਗੱਲਾਂ ਕੋਈ ਸੁਣ ਤਾਂ ਨਹੀਂ ਰਿਹਾ, ਅਤੇ ਫਿਰ ਆਪਣੇ ਬਾਪੂ ਨੂੰ ਇਹ ਆਖਦੀ ਹੈ ਕਿ ਉਹ ਉਸ ਨੂੰ ਇੱਕ ਗੱਲ ਦੱਸਣਾ ਚਾਹੁੰਦੀ ਹੈ। ਠੀਕ ਹੈ, ਉਹ ਚਾਰ ਚੁਫੇਰੇ ਇਸ ਲਈ ਵੇਖਦੀ ਹੈ ਕਿ ਕੋਈ ਉਹ ਗੁੱਝੀ ਗੱਲ ਆਪਣੇ ਬਾਪੂ ਦੇ ਨਾਲ ਸਾਂਝੀ ਕਰਨਾ ਚਾਹੁੰਦੀ ਸੀ। ਠੀਕ ਹੈ, ਨੈਕਸਟ ਦੇਖੋ ਬੇਟਾ। 10 ਬੱਚਾ ਧਰਮ ਸਿੰਘ ਨੇ ਮੁਸਕਾਨ ਦਾ ਯਤਨ ਕਰਦਿਆਂ ਆਖਿਆ, ਬੇਬੇ ਤੇ ਭੰਤਾ ਬਾਈ ਪਰਸੋਂ ਹੌਲੀ ਹੌਲੀ ਗੱਲਾਂ ਕਰੀ ਜਾਂਦੇ ਸੀ ਹੈਂ, ਤੇ ਬੇਬੇ ਆਂਦੀ ਸੀ ਬਈ ਤੂੰ ਆਪਦੇ ਪਿਓ ਤੋਂ ਜ਼ਮੀਨ ਵੰਡਾ ਕੇ ਅੱਡ ਹੋ ਜਾ, ਨਹੀਂ ਤਾਂ ਉਹ ਸਾਰੀ ਲੋਕਾਂ ਨੂੰ ਖਵਾ ਦੂਗਾ ਹੈਂ। ਤੇ ਭੰਤਾ ਬਾਈ ਆਂਦਾ ਸੀ ਆਪਾਂ ਸਾਰੇ ਇੱਕ ਪਾਸੇ ਹੋ ਜਾਈਏ, ਉਹਨੂੰ ਵਾੜੇ 'ਚ ਕੋਠੜਾ ਛੱਤ ਦਿਆਂਗੇ, ਆਪੇ ਉੱਥੇ ਬੈਠਾ ਕੁੱਤੇ ਸ਼ਿਸ਼ਕਾਰੀ ਜਾਇਆ ਕਰੂ ਹੈਂ ਬਾਪੂ, ਤੇ ਫਿਰ ਕੋਠੜੇ 'ਚ ਰਿਹਾ ਕਰੇਗਾ ਇੱਥੇ ਬਾਹਰਲੇ ਘਰੇ। ਹੁਣ ਦੇਖੋ ਬੇਟਾ, 2 ਲਾਈਨਾਂ ਜੋ ਲਾਸਟ ਸੀ 74 ਪੇਜ 'ਤੇ ਸੀ ਇਸ ਪੈਰੇ ਦੀਆਂ। ਠੀਕ ਹੈ, ਇਸ ਤੋਂ ਬਾਅਦ ਜਦੋਂ ਭਿੱਲੀ ਆਪਣੇ ਬਾਪੂ ਧਰਮ ਸਿੰਘ ਨੂੰ ਭੇਤ ਭਰੀ ਗੱਲ ਦੱਸਦੀ ਹੈ ਕਿ ਉਸ ਦੀ ਬੇਬੇ ਤੇ ਭੰਤਾ ਪਰਸੋਂ ਹੌਲੀ ਹੌਲੀ ਗੱਲਾਂ ਕਰਦੇ ਸਨ, ਅਤੇ ਬੇਬੇ ਭੰਤੇ ਨੂੰ ਇਹ ਆਖ ਰਹੀ ਸੀ ਕਿ ਉਹ ਆਪਣੇ ਪਿਓ ਭਾਵ ਧਰਮ ਸਿੰਘ ਤੋਂ ਜ਼ਮੀਨ ਵੰਡਾ ਕੇ ਅੱਡ ਹੋ ਜਾਵੇ, ਕਿਉਂਕਿ ਜੇਕਰ ਉਹ ਅਜਿਹਾ ਨਹੀਂ ਕਰੇਗਾ ਤਾਂ ਹੋ ਸਕਦਾ ਹੈ ਕਿ ਧਰਮ ਸਿੰਘ ਸਾਰੀ ਆਪਣੀ ਜ਼ਮੀਨ ਜਾਇਦਾਦ ਲੋਕਾਂ ਨੂੰ ਖਵਾ ਦੇਗਾ। ਅਤੇ ਉਸ ਸਮੇਂ ਭੰਤਾ ਆਪਣੀ ਮਾਂ ਧੰਨੋ ਦੀ ਗੱਲ ਵਿੱਚ ਹਾਮੀ ਭਰਦਿਆਂ ਆਖਦਾ ਹੈ ਕਿ ਅਸੀਂ ਸਾਰੇ ਇੱਕ ਪਾਸੇ ਹੋ ਜਾਵਾਂਗੇ ਅਤੇ ਬਾਪੂ ਨੂੰ ਬਾਹਰਲੇ ਘਰ ਵਾੜੇ ਵਿੱਚ ਇੱਕ ਕੋਠੜਾ ਛੱਤ ਦਿਆਂਗੇ ਅਤੇ ਆਪੇ ਉਹ ਉੱਥੇ ਬੈਠਾ ਕੁੱਤੇ ਸ਼ਿਸ਼ਕਾਰੀ ਜਾਇਆ ਕਰੇਗਾ। ਠੀਕ ਹੈ, ਓਕੇ ਬੇਟਾ, ਇੱਥੇ ਤੱਕ ਸਾਡੀ ਰੀਡਿੰਗ 73 ਪੇਜ ਦਾ ਜੋ ਲਾਸਟ ਪੈਰਾ ਸੀ ਉਸਦੀ ਕੰਪਲੀਟ ਹੁੰਦੀ ਹੈ। ਠੀਕ ਹੈ, ਅਤੇ ਤੁਸੀਂ ਪੇਜ ਨੰਬਰ 73 ਦੁਬਾਰਾ ਇੱਕ ਵਾਰ ਰੀਡ ਕਰਨਾ ਹੈ, ਅਤੇ ਨਾਲ ਹੀ ਜੋ ਪੇਜ ਨੰਬਰ 74 ਅਤੇ 75 ਹੈ ਇਸ ਦੇ ਵਰਡ ਮੀਨਿੰਗ ਪਲਾਨ ਕਰਨੇ ਹਨ। ਓਕੇ ਬੇਟਾ, ਥੈਂਕ ਯੂ।